Yes, students, so this is my 8th video on this chapter, and in the last class we have discussed about restriction enzymes. ਅਸੀਂ restriction enzymes ਬਾਰੇ study ਕਰਕੇ ਆਏ ਹਾਂ and ਆਪਾਂ ਦੇਖਿਆ ਹੈ ਕਿ how to separate and isolate DNA fragments by gel electrophoresis. ਅੱਜ ਆਪਾਂ second tool ਦੇਖਾਂਗੇ genetic engineering ਦੀ, and that is cloning vectors. So cloning vectors ਕੀ ਹੁੰਦੇ ਨੇ? The vectors used for preparing rDNA, ਜਿਹੜੇ rDNA ਦੇ ਬਣਾਉਣ ਵਿੱਚ ਜਿਨ੍ਹਾਂ ਵੈਕਟਰਸ ਦਾ ਇਸਤੇਮਾਲ ਹੁੰਦਾ ਉਹਨੂੰ ਆਪਾਂ ਕਲੋਨਿੰਗ ਵੈਕਟਰਸ ਕਹਿ ਦਿੰਦੇ ਹਾਂ। ਐਂਡ ਇਹਨਾਂ ਵੈਕਟਰਸ ਦੇ ਵਿੱਚ ਆਪਾਂ ਡਿਜ਼ਾਇਰਡ ਜੀਨ ਜਾਂ ਡਿਜ਼ਾਇਰਡ DNA ਨੂੰ ਇਨਸਰਟ ਕਰਦੇ ਹਾਂ, ਇਸ ਕਰਕੇ ਆਪਾਂ ਇਹਨਾਂ ਨੂੰ ਕਲੋਨਿੰਗ ਵੈਕਟਰਸ ਕਹਿੰਦੇ ਹਾਂ। ਹਰ ਕਲੋਨਿੰਗ ਵੈਕਟਰ ਦੇ ਸਰਟਨ ਫੀਚਰਸ ਹੁੰਦੇ ਨੇ। ਹੁਣ ਹਰ ਕਿਸੇ ਨੂੰ ਤਾਂ ਆਪਾਂ ਐਜ਼ ਅ ਕਲੋਨਿੰਗ ਵੈਕਟਰ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਫॉर एग्जांपल अपने को वेरियस काइंड्स ऑफ प्लास्मिड्स ने, बैक्टीरियोफेजिस ने, कॉस्मिड्स ने, बट एक सूटेबल वैक्टर जिन्होंने आप यूज़ करना है फॉर क्लोनिंग पर्पज़ सो उही होगा जिहदे कोल सर्टन स्पैशल फीचर्स होंगे। किहड़े फीचर्स? वट आर द फीचर्स विच आर रिक्वायर्ड टू फैसिलिटेट क्लोनिंग इन वैक्टर? ओरिजिन ऑफ रेप्लीकेशन होना चाहिए है, सिलैक्टेबल मार्कर्स होने चाहिए ने, क्लोनिंग साइट्स होनी चाहिए ने, एंड vectors for cloning in animals and plants होने चाहिए। So these are the specific features which are required in a ideal cloning vector. So cloning vectors की हुंदे ने? A cloning vector is a small piece of DNA taken from any organism into which a foreign DNA fragment can be inserted for cloning purpose. ठीक है, ਇਹਦੇ ਵਿੱਚ ਕੋਈ ਵੀ ਫਰੈਗਮੈਂਟ ਆਫ DNA ਨੂੰ ਇਨਸਰਟ ਕੀਤਾ ਜਾਂਦਾ ਹੈ ਕਲੋਨਿੰਗ ਪਰਪਸ ਦੇ ਲਈ। ਐਂਡ ਅਦਰ ਦੈਨ ਦਿਸ plasmids and bacteriophages have the ability to replicate within the bacterial cells. ਸੋ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਆ ਪਲਾਸਮਿਡਸ ਤੇ ਬੈਕਟੀਰੀਓਫੇਜਿਸ ਹੁੰਦੇ ਆ ਇੱਕ ਵੈਕਟਰਸ ਦਾ ਕੰਮ ਕਰਦੇ ਆ, ਕਿਉਂਕਿ ਇਹਨਾਂ ਦੇ ਵਿੱਚ ਇੱਕ ਐਬਿਲਿਟੀ ਆ ਕਿ ਇਹ ਜਿਵੇਂ ਮੰਨ ਲਓ ਆ ਇੱਕ ਬੈਕਟੀਰੀਅਲ ਸੈੱਲ ਆ, ਠੀਕ ਹੈ, ਇਹ ਇਹਦਾ ਕ੍ਰੋਮੋਜ਼ੋਮਲ DNA ਆ, ਇਹਦਾ ਤਾਂ ਕ੍ਰੋਮੋਜ਼ੋਮਲ DNA ਹੈਗਾ ਹੀ ਹੈਗਾ, ਬਟ ਜਦੋਂ ਆਪਾਂ ਇੱਕ ਪਲਾਸਮਿਡ ਜਿਹਨੂੰ ਆਪਾਂ ਕਹਾਂਗੇ ਐਕਸਟਰਾ ਕ੍ਰੋਮੋਜ਼ੋਮਲ ਸਰਕੂਲਰ DNA, ਇਹ ਪਲਾਸਮਿਡ ਆ ਐਂਡ ਇਹ ਸੈੱਲ ਦਾ ਆਪਣਾ ਖੁਦ ਦਾ ਕ੍ਰੋਮੋਜ਼ੋਮਲ DNA ਆ। ਜਿਵੇਂ ਜਿਵੇਂ ਆ ਜਿਹੜਾ ਜੈਨੇਟਿਕ ਜਿਹੜਾ ਮੇਕਅਪ ਆ ਇਹਦਾ ਆ ਰੈਪਲੀਕੇਟ ਹੋਊਗਾ ਉਵੇਂ ਉਵੇਂ ਹੀ ਨਾਲ ਹੀ ਪਲਾਸਮਿਡ ਵੀ ਰੈਪਲੀਕੇਟ ਹੋਊਗਾ। ਸੋ ਉਹੀ ਉਹ ਕਹਿੰਦੇ ਨੇ ਕਿ ਜਿਹੜੇ ਪਲਾਸਮਿਡ ਅਤੇ ਬੈਕਟੀਰੀਓਫੇਜਿਸ ਹੁੰਦੇ ਨੇ ਉਹ ਬੈਕਟੀਰੀਅਲ ਸੈੱਲ ਦੇ ਨਾਲ ਨਾਲ ਰੈਪਲੀਕੇਟ ਕਰਦੇ ਨੇ, ਠੀਕ ਹੈ। ਬਟ ਇਹਦਾ ਪਲਾਸਮਿਡ ਤੇ ਬੈਕਟੀਰੀਓਫੇਜਿਸ ਦਾ ਕ੍ਰੋਮੋਜ਼ੋਮਲ DNA ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕ੍ਰੋਮੋਜ਼ੋਮਲ DNA ਆਪਣਾ ਰੈਪਲੀਕੇਟ ਕਰੂਗਾ ਐਂਡ ਪਲਾਸਮਿਡਸ ਐਂਡ ਬੈਕਟੀਰੀਓਫੇਜਿਸ ਜਿਹੜੇ ਉਹ ਆਪਣਾ ਰੈਪਲੀਕੇਟ ਕਰਨਗੇ। ਦੇ ਆਲਸੋ ਹੈਵ ਦ ਕੈਪੈਸਿਟੀ ਟੂ ਰੈਪਲੀਕੇਟ ਐਂਡ ਕ੍ਰੋਮੋਜ਼ੋਮਲ DNA ਦੇ ਵਿੱਚ ਤਾਂ ਹੈਗੀ ਹੀ ਹੈ ਨਾ ਰੈਪਲੀਕੇਸ਼ਨ ਦੀ, ਮਲਟੀਪਲੀਕੇਸ਼ਨ ਦੀ ਕੈਪੈਸਿਟੀ। ਦੈਨ ਸੋ ਅਗਰ ਜੇ ਆਪਾਂ ਨੂੰ ਪਤਾ ਹੈ ਕਿ ਜਿਹੜੀ ਆ ਪਲਾਸਮਿਡ ਅਤੇ ਬੈਕਟੀਰੀਓਫੇਜਿਸ ਇਹਨਾਂ ਦੇ ਵਿੱਚ ਰੈਪਲੀਕੇਸ਼ਨ ਦੀ ਐਬਿਲਿਟੀ ਹੈ, ਖੁਦ ਰੈਪਲੀਕੇਟ ਹੋ ਸਕਦੇ ਨੇ, ਤੇ ਕਿਉਂ ਨਾ ਪਲਾਸਮਿਡ ਦੇ ਨਾਲ ਨਾਲ ਆਪਾਂ ਆਪਣਾ ਅਲਾਈਨ ਪੀਸ ਆਫ DNA ਜਿਹਨੂੰ ਆਪਾਂ ਡਿਜ਼ਾਇਰਡ ਪੀਸ ਆਫ DNA ਆ ਉਹਨੂੰ ਇਹਦੇ ਨਾਲ ਇਨਸਰਟ ਕਰ ਦਈਏ, ਇਹਦੇ ਵਿੱਚ ਇਨਸਰਟ ਕਰ ਦਈਏ ਤਾਂ ਕਿ ਨਾਲ ਦੀ ਨਾਲ ਪਲਾਸਮਿਡ ਦੇ ਨਾਲ ਨਾਲ ਇਹ ਵੀ ਮਲਟੀਪਲਾਈ ਹੋ ਜੇ, ਇਹਦੀ ਵੀ ਬਹੁਤ ਸਾਰੀ ਨੰਬਰ ਆਫ ਕਾਪੀਜ਼ ਬਣ ਜਾਣ। ਹੁਣ ਜਿਹੜੇ ਜਿਵੇਂ ਕਿ ਆਪਾਂ ਹੁਣ ਇਹ ਦੇਖ ਕੇ ਆਏ ਕਿ ਕਲੋਨਿੰਗ ਵੈਕਟਰਸ ਦੇ ਵਿੱਚ ਕਿਹੜੀਆਂ ਕਿਹੜੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਉਹਨੂੰ ਆਪਾਂ ਰੈਪਲੀਕੇਸ਼ਨ ਦੇ ਲਈ ਯੂਜ਼ ਕਰ ਸਕੀਏ। ओरिजिन ऑफ रेप्लीकेशन होना चाहिए, सिलेक्टेबल मार्कर एंड क्लोनिंग साइट होनी चाहिए। फर्स्ट ऑफ ऑल वी स्टडी अबाउट ओरिजिन ऑफ रेप्लीकेशन। एक ही होंगे दिस इज़ अ सीक्वेंस फ्रॉम वेयर रेप्लीकेशन स्टार्ट। ये एक प्लेस है जितों रेप्लीकेशन ने स्टार्ट करना है एंड जो भी आप कोई पीस ऑफ DNA इस प्लेस से इंसर्ट करांगे वो भी ਉਹਦੀ ਵੀ ਰੈਪਲੀਕੇਸ਼ਨ ਨਾਲ ਦੀ ਨਾਲ ਹੋਣ ਲੱਗ ਜੂਗੀ ਵਿਦਿਨ ਦਾ ਹੋਸਟ ਸੈੱਲ, ਠੀਕ ਹੈ। ਸੋ ਤੁਸੀਂ ਬਸ ਇੰਨਾ ਤੁਹਾਨੂੰ ਪਤਾ ਹੋਣਾ ਚਾਹੀਦਾ ਓਰੀਜਨ ਆਫ ਰੈਪਲੀਕੇਸ਼ਨ ਦੈਟ ਮੀਨਸ ਓਰਾਈ। ਇਹ ਇੱਕ ਇਹੋ ਜਿਹੀ ਪਲੇਸ ਹੈ ਪਲਾਸਮਿਡ ਦੇ ਉੱਪਰ, ਇੱਕ ਇਹੋ ਜਿਹੀ ਸੀਕੁਐਂਸ ਹੈ ਜਿੱਥੇ ਕਿ ਰੈਪਲੀਕੇਸ਼ਨ ਸਟਾਰਟ ਹੋਣੀ ਹੈ, ਇਹਨੇ ਰੈਪਲੀਕੇਸ਼ਨ ਨੂੰ ਇਨੀਸ਼ੀਏਟ ਕਰਨਾ ਹੈ। ਐਂਡ ਜਦੋਂ ਆਪਾਂ ਕਿਸੇ ਵੀ ਪੀਸ ਆਫ DNA ਨੂੰ ਇੱਥੇ ਲਿੰਕ ਕਰਦੇ ਹਾਂ ਉਹ ਵੀ ਨਾਲ ਦੀ ਨਾਲ ਰੈਪਲੀਕੇਟ ਹੁੰਦਾ ਹੈ। ਦੈਨ ਸਿਲੈਕਟੇਬਲ ਮਾਰਕਰਸ ਕੀ ਹੁੰਦੇ ਨੇ? ਸਿਲੈਕਟੇਬਲ ਮਾਰਕਰਸ ਜਿਹੜੇ ਨੇ ਇਹ ਆਈਡੈਂਟੀਫਾਈ ਕਰਦੇ ਨੇ ਆਪਾਂ ਨੂੰ ਨੋਨ ਟਰਾਂਸਫੋਰਮੈਂਟਸ ਐਂਡ ਟਰਾਂਸਫੋਰਮੈਂਟਸ ਨੂੰ ਐਲੀਮੀਨੇਟ ਕਰਨ 'ਚ। ਦੈਟ ਮੀਨਸ ਸੋ ਟਰਾਂਸਫੋਰਮੇਸ਼ਨ ਜਿਵੇਂ ਕਿ ਇੱਕ ਮੈਥਡ ਹੈ, ਠੀਕ ਹੈ।
ट्रांसफॉर्मेशन ਦੇ ਵਿੱਚ ਕੀ ਹੁੰਦਾ ਹੈ, it is a procedure through which piece of DNA is introduced in a host bacterium. ਇੱਕ ਮੈਥਡ ਆ ਜਿਹਦੇ ਨਾਲ ਆਪਾਂ ਕਿਸੇ ਪੀਸ ਆਫ DNA ਨੂੰ ਹੋਸਟ ਬੈਕਟੀਰੀਅਮ ਦੇ ਵਿੱਚ ਇੰਟਰੋਡਿਊਸ ਕਰਵਾਉਂਦੇ ਆ, ਠੀਕ ਹੈ। ਸੋ the genes encoding resistance to antibiotics such as ampicillin, chloramphenicol, tetracycline or kanamycin etc. they are useful selectable markers for E. coli. क्योंकि ਆਪਾਂ ਇਹਦੇ ਪਿੱਛੇ ਮਤਲਬ ਕੀ ਲੌਜਿਕ ਹੈਗਾ ਹੈ ਕਿ ਸਿਲੈਕਟੇਬਲ ਮਾਰਕਰਸ, ਜਦ ਤੱਕ ਸਿਲੈਕਟੇਬਲ ਮਾਰਕਰਸ ਹੋਣਗੇ ਕਿਸੇ ਦੇ ਵਿੱਚ, ਕਿਸੇ ਪਲਾਸਮਿਡ ਦੇ ਵਿੱਚ, ਉਹ ਆਪਾਂ ਨੂੰ ਹੈਲਪ ਕਰਨਗੇ ਸਿਲੈਕਟ ਕਰਨ 'ਚ ਕਿ ਕਿੰਨਾ ਦੇ ਵਿੱਚ RDNA ਆਇਆ ਵਾ ਤੇ ਕਿੰਨਾ ਦੇ ਵਿੱਚ RDNA ਨਹੀਂ ਆਇਆ। ਦੈਟ ਮੀਨਸ ਕਿਹੜੇ ਟਰਾਂਸਫੋਰਮੈਂਟਸ ਨੇ ਤੇ ਕਿਹੜੇ ਨॉन ਟਰਾਂਸਫੋਰਮੈਂਟਸ ਨੇ, ਠੀਕ ਹੈ ਨਾ। ਫੋਰ ਐਗਜ਼ਾਮਪਲ ਮੰਨ ਲਓ ਕਿ ਕਈਆਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਕਈਆਂ ਦੇ ਵਿੱਚ ਐਂਪੀਸਿਲਿਨ ਰੈਜ਼ਿਸਟੈਂਸ ਜੀਨ ਹੈਗਾ ਹੈ, ਕਈਆਂ ਦੇ ਵਿੱਚ ਕਲੋਰੋਫੀਨੀਕੋਲ ਰੈਜ਼ਿਸਟੈਂਸ, ਟੈਟਰਾਸਾਈਕਲਿਨ ਰੈਜ਼ਿਸਟੈਂਸ, ਕੈਨਾਮਾਈਸਿਨ ਰੈਜ਼ਿਸਟੈਂਸ, ਦੈਟ ਮੀਨਸ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨਸ ਹੈਗੇ ਨੇ। ਸੋ ਇਹ ਆਪਾਂ ਨੂੰ ਅੱਗੇ ਜਾ ਕੇ ਹੈਲਪ ਕਰਨਗੇ ਜਦੋਂ ਕਿਸੇ ਪਲਾਸਮਿਡ ਦੇ ਵਿੱਚ ਆ ਰੈਜ਼ਿਸਟੈਂਸ ਜੀਨਸ ਹੋਣਗੇ, ਸਿਲੈਕਟੇਬਲ ਮਾਰਕਰਸ ਹੋਣਗੇ, ਉਹ ਆਪਾਂ ਨੂੰ ਹੈਲਪ ਕਰਨਗੇ RDNA ਨੂੰ ਮਤਲਬ ਬਾਕੀਆਂ ਨਾਲੋਂ ਡਿਫਰੈਂਸ਼ੀਏਟ ਕਰਨ 'ਚ, RDNA ਨੂੰ ਪਹਿਚਾਣਨ 'ਚ ਕਿ ਹੁਣ ਇਹ ਵਾਲੇ ਦੇ ਵਿੱਚ RDNA ਹੈਗਾ ਵਾ। ਜੇ ਤੇ ਉਹਦੇ ਵਿੱਚ ਰੈਜ਼ਿਸਟੈਂਸ ਜੀਨਸ ਨਹੀਂ ਆਉਣਗੇ ਦੈਟ ਮੀਨਸ ਉਹਦੇ ਵਿੱਚ RDNA ਨਹੀਂ ਹੈਗਾ। ਸੋ ਨੋਰਮਲ ਜੇ E. coli ਸੈਲਸ ਦੀ ਗੱਲ ਕਰੀਏ ਆਪਾਂ, ਉਹਨਾਂ ਦੇ ਵਿੱਚ ਆਹ ਸਾਰੇ ਸਿਲੈਕਟੇਬਲ ਮਾਰਕਰਸ ਨਹੀਂ ਹੁੰਦੇ ਨੇ। ਬਟ ਜਦੋਂ ਕੋਈ E. coli ਨੂੰ ਆਪਾਂ ਮਤਲਬ ਮੋਡੀਫਾਈ ਕਰਵਾ ਦਿੰਦੇ, ਉਹਦੇ ਵਿੱਚ RDNA ਆ ਜਾਂਦਾ ਹੈ, ਉਹਦੇ ਵਿੱਚ ਇਹ ਸਾਰੇ ਜੀਨਸ ਆ ਜਾਂਦੇ ਨੇ ਜੋ ਕਿ ਆਪਾਂ ਨੂੰ ਹੈਲਪ ਕਰਦੇ ਆ ਇਹ ਆਈਡੈਂਟੀਫਾਈ ਕਰਨ 'ਚ ਕਿ ਉਹ ਹੁਣ ਟਰਾਂਸਫੋਰਮੈਂਟ ਹੋ ਚੁੱਕਿਆ ਹੈ, ਉਹਦੇ ਵਿੱਚ ਡਿਜ਼ਾਇਰਡ DNA ਆ ਗਿਆ ਹੈ, ਠੀਕ ਹੈ। ਸੋ these antibiotic resistance genes helps in selecting recombinants from non-recombinants by method called as insertion inactivation. ਹੁਣ ਜਿਹੜੇ antibiotic resistance gene ਨੇ ਜੇ ਤੇ ਇਹ ਅੱਗੇ ਟ੍ਰਾਂਸਫਰ ਹੋਏ ਆ ਫਿਰ ਤੇ ਦੈਟ ਮੀਨਸ ਰਿਕੋਂਬੀਨੈਂਟਸ ਬਣੇ ਨੇ ਅੱਗੇ, ਠੀਕ ਹੈ ਨਾ। RDNAs ਜਿਹੜੇ ਨੇ ਉਹਨਾਂ ਨੇ ਅੱਗੇ ਜਾ ਕੇ ਰਿਕੋਂਬੀਨੈਂਟਸ ਬਣਾਏ ਨੇ। ਜੇ ਤੇ ਇਹ ਟ੍ਰਾਂਸਫਰ ਨਹੀਂ ਹੋਏ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨਸ ਦੈਟ ਮੀਨਸ ਅੱਗੇ RDNA ਟ੍ਰਾਂਸਫਰ ਨਹੀਂ ਹੋਇਆ, ਨॉन ਰਿਕੋਂਬੀਨੈਂਟਸ ਬਣੇ ਨੇ। ਹੁਣ ਇਹਨਾਂ ਨੂੰ ਸਿਲੈਕਟ ਕਿੱਦਾਂ ਕੀਤਾ ਜਾਵੇ, ਉਹਦੇ ਪਿੱਛੇ ਇੱਕ ਮੈਥਡ ਹੈ। ਕਿਹੜਾ ਮੈਥਡ ਹੈ? ਇੰਸਰਸ਼ਨਲ ਇਨਐਕਟੀਵੇਸ਼ਨ। ਇਸ ਮੈਥਡ ਦੇ ਵਿੱਚ ਕੀ ਹੁੰਦਾ ਹੈ, a recombinant DNA is inserted within the coding sequence of an enzyme beta galactosidase in the presence of a chromogenic substrate which results into inactivation of the enzyme, ਠੀਕ ਹੈ। ਇਹਦੇ ਵਿੱਚ ਕੀ ਕਰਦੇ ਨੇ ਕਿ RDNA ਨੂੰ ਇਨਸਰਟ ਕਰਦੇ ਨੇ, ਕਿੱਥੇ ਇਨਸਰਟ ਕਰਦੇ ਨੇ, ਕਿਹੜੀ ਪਲੇਸ ਤੇ, within the coding sequence of enzyme beta galactosidase, ਜਿੱਥੇ ਐਂਜ਼ਾਈਮ ਬੀਟਾ ਗਲੈਕਟੋਸਿਡੇਸ ਕੋਡ ਕਰਦਾ ਹੈ, ਉਹਦੀ ਕੋਡਿੰਗ ਸੀਕੁਐਂਸ ਦੇ ਵਿੱਚ ਕਿਹਨੂੰ ਇਨਸਰਟ ਕੀਤਾ ਜਾਂਦਾ ਹੈ? RDNA ਨੂੰ, ਠੀਕ ਹੈ। ਐਂਡ ਇਨ ਦ ਪ੍ਰੈਜ਼ੈਂਸ ਆਫ ਅ ਕ੍ਰੋਮੋਜੈਨਿਕ ਸਬਸਟ੍ਰੇਟ, ਜੇ ਤੇ ਉਹ RDNA ਉੱਥੇ ਆ ਗਿਆ, ਇਨਸਰਟ ਹੋ ਗਿਆ ਹੈ, ਤੇ ਫਿਰ ਉਹ ਕੀ ਕਰੂਗਾ, ਇਸ ਬੀਟਾ ਗਲੈਕਟੋਸਿਡੇਸ ਦੀ ਐਕਟੀਵਿਟੀ ਨੂੰ ਇਨਐਕਟੀਵੇਟ ਕਰ ਦੂਗਾ। ਦੈਟ ਮੀਨਸ ਬੀਟਾ ਗਲੈਕਟੋਸਿਡੇਸ ਆਪਣੇ ਆਪ ਨੂੰ ਐਕਸਪ੍ਰੈਸ ਨਹੀਂ ਕਰ ਪਾਊਗਾ, ਠੀਕ ਹੈ ਨਾ, ਕਿਉਂਕਿ the presence of chromogenic substrate gives blue color colonies if the plasmid in a bacteria does not have the insert. Normal condition 'ਚ ਕੀ ਹੁੰਦਾ ਹੈ, ਜੇ ਮੰਨ ਲਓ ਅੱਗੇ ਟ੍ਰਾਂਸਫੋਰਮੇਸ਼ਨ ਹੋਈ ਹੈ ਤੇ ਉਹਦੇ ਵਿੱਚ ਆਪਾਂ ਦੋ ਕੰਡੀਸ਼ਨਸ ਦੇਖਾਂਗੇ। ਇੱਕ ਤੇ ਕੀ ਹੋਊਗਾ ਕਿ ਆ ਜਿਹੜੇ ਆਪਣਾ ਬੀਟਾ ਗਲੈਕਟੋਸਿਡੇਸ ਐਂਜ਼ਾਈਮ ਹੈ, ਠੀਕ ਹੈ, ਇਹਨੇ ਕੀ ਕੀਤਾ, ਇਹਨੇ ਆਪਣਾ ਐਕਟ ਕੀਤਾ, ਆਪਣਾ ਰੋਲ ਪਲੇ ਕੀਤਾ ਤੇ ਇਹਨੇ ਬਲੂ ਕਲਰ ਦੀਆਂ ਕਲੋਨੀਜ਼ ਫਾਰਮ ਕੀਤੀਆਂ, ਠੀਕ ਹੈ। ਦੈਟ ਮੀਨਸ ਕਿ ਪਲਾਸਮਿਡ ਦੇ ਵਿੱਚ ਕੀ ਨਹੀਂ ਹੈਗਾ ਸੀ, ਆਪਣਾ RDNA ਨਹੀਂ ਹੈਗਾ ਸੀਗਾ। ਐਂਡ ਮਤਲਬ RDNA ਨਹੀਂ, ਦੈਟ ਮੀਨਸ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਨਹੀਂ ਹੈਗਾ ਸੀਗਾ। ਬਟ ਅਗਰ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਆਪਣੇ RDNA ਆਪਣੇ ਪਲਾਸਮਿਡ ਦੇ ਵਿੱਚ ਹੈਗਾ ਹੈ, ਫਿਰ ਕੀ ਹੋਊਗਾ, ਆ ਜਿਹੜਾ ਬੀਟਾ ਗਲੈਕਟੋਸਿਡੇਜ਼ ਆ ਇਹਦੀ ਐਕਟੀਵਿਟੀ ਖਤਮ ਹੋ ਜਾਊਗੀ, ਕਿਉਂਕਿ ਉਸ ਪਲੇਸ ਤੇ ਹੁਣ ਕੀ ਆ ਗਿਆ, ਉਸ ਪਲਾਸਮਿਡ ਦੀ ਉਸ ਪਲੇਸ ਤੇ ਕੀ ਆ ਗਿਆ, ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਆ ਗਿਆ। ਹੁਣ ਉੱਥੇ ਕੀ ਨਹੀਂ ਹੈਗਾ, ਆਪਣਾ ਬੀਟਾ ਗਲੈਕਟੋਸਿਡੇਜ਼ ਜੀਨ ਨਹੀਂ ਹੈਗਾ, ਐਂਜ਼ਾਈਮ ਨਹੀਂ ਹੈਗਾ। ਹੁਣ ਉਹਨੇ ਬਲੂ ਕਲਰ ਦੀਆਂ ਕਲੋਨੀਜ਼ ਫਾਰਮ ਨਹੀਂ ਕਰਨੀਆਂ ਐਂਡ ਉਹਦੀ ਐਕਟੀਵਿਟੀ ਬੰਦ ਹੋ ਜਾਊਗੀ, ਕੋਈ ਕਲਰ ਪ੍ਰੋਡਿਊਸ ਨਹੀਂ ਹੋਊਗਾ। ਹੁਣ ਆਪਣੇ ਕੋਲ ਕੀ ਰਹਿ ਜੂ, ਜਸਟ ਰਿਕੋਂਬੀਨੈਂਟ ਕਲੋਨੀਜ਼ ਰਹਿ ਜਾਣਗੀਆਂ। ਸੋ ਇੱਦਾਂ ਕਰਕੇ ਆਪਾਂ ਇੰਸਰਸ਼ਨਲ ਇਨਐਕਟੀਵੇਸ਼ਨ ਦੇ ਨਾਲ ਬੀਟਾ ਗਲੈਕਟੋਸਿਡੇਜ਼ ਦੀ ਐਕਟੀਵਿਟੀ ਨੂੰ ਸਪਰੈਸ ਕਰਵਾ ਸਕਦੇ ਹਾਂ
ਐਂਡ ਆਪਾਂ ਨੂੰ ਐਂਡ ਤੇ ਇਹ ਪਤਾ ਲੱਗੂਗਾ ਕਿਹੜੇ ਰਿਕੋਮਬੀਨੈਂਸ ਕਲੋਨੀਜ਼ ਆ ਕਿਹੜੀਆਂ ਨੋਨ ਰਿਕੋਮਬੀਨੈਂਸ। ਕਿੱਦਾਂ ਪਤਾ ਲੱਗਿਆ ਸੀ ਕਿ ਜਦੋਂ ਆਪਾਂ ਅੱਗੇ ਪਲਾਸਮਿਡਸ ਨੂੰ ਟ੍ਰਾਂਸਫਰ ਕਰਦੇ ਹਾਂ, ਜਦੋਂ ਪਲਾਸਮਿਡ ਅੱਗੇ ਈਕੋਲਾਈ ਵਿੱਚ ਹੋਸਟ ਵਿੱਚ ਜਾਊਗਾ, ਹੁਣ ਉਹਦੇ ਵਿੱਚ ਜੇ ਤੇ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਹੋਊਗਾ, ਫਿਰ ਕੀ ਹੋਊਗਾ, ਉਹਦਾ ਕਰਕੇ ਜਿਹੜਾ ਬੀਟਾ ਗਲੈਕਟੋਸਿਡੇਜ਼ ਐਂਜ਼ਾਈਮ ਆ ਉਹਦੀ ਐਕਟੀਵਿਟੀ ਖਤਮ ਹੋ ਜੂਗੀ, ਕੋਈ ਬਲੂ ਕਲਰ ਦੀਆਂ ਕਲੋਨੀਜ਼ ਨਹੀਂ ਬਣਨਗੀਆਂ। ਦੈਟ ਮੀਨਸ ਆਪਾਂ ਨੂੰ ਸ਼ਿਓਰ ਹੋ ਜੂਗਾ ਕਿ ਇਹਦੇ ਵਿੱਚ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਹੈਗਾ ਹੈ। ਬਟ ਜੇ ਅੱਗੇ ਜਾ ਕੇ ਬਲੂ ਕਲਰ ਦੀਆਂ ਕਲੋਨੀਜ਼ ਫਾਰਮ ਹੋਣਗੀਆਂ, ਫਿਰ ਆਪਾਂ ਨੂੰ ਕੀ ਪਤਾ ਲੱਗੂਗਾ ਕਿ ਇੱਥੇ ਕੋਈ ਐਂਟੀਬਾਇਓਟਿਕ ਰੈਜ਼ਿਸਟੈਂਸ ਜੀਨ ਨਹੀਂ ਆਇਆ ਤੇ ਬੀਟਾ ਗਲੈਕਟੋਸਿਡੇਜ਼ ਨੇ ਆਪਣਾ ਕੰਮ ਕੀਤਾ ਤੇ ਆਪਣੀਆਂ ਬਲੂ ਕਲਰ ਦੀਆਂ ਕਲੋਨੀਜ਼ ਬਣਾਈਆਂ। ਸੋ ਰਿਕੋਮਬੀਨੈਂਟ ਨੋਨ ਰਿਕੋਮਬੀਨੈਂਟਸ ਨੂੰ ਆਪਾਂ ਇੱਦਾਂ ਆਇਡੈਂਟੀਫਾਈ ਕਰ ਸਕਦੇ ਹਾਂ। ਠੀਕ ਹੈ। ਸੋ ਨੈਕਸਟ ਇਜ਼ ਅਬਾਊਟ ਕਲੋਨਿੰਗ ਸਾਈਟਸ। ਕਲੋਨਿੰਗ ਸਾਈਟਸ ਕੀ ਹੁੰਦੀਆਂ ਨੇ? ਦੇ ਆਰ ਦ ਰੈਕਗਨੀਸ਼ਨ ਸਾਈਟਸ ਆਫ ਦ ਰਿਸਟ੍ਰਿਕਸ਼ਨ ਐਂਜ਼ਾਈਮਸ। ਸੋ ਇਹਦੇ ਵਿੱਚ ਵੀ ਆਪਾਂ ਦੇਖਿਆ ਸੀਗਾ। ਐਂਡ ਜਿਹੜੀਆਂ ਕਲੋਨਿੰਗ ਸਾਈਟਸ ਹੈਗੀਆਂ ਨੇ ਇਹਦੇ ਬਾਰੇ ਥੋੜ੍ਹਾ ਜਿਹਾ ਕੰਪਲੀਕੇਟਡ ਟੌਪਿਕ ਆ ਜਾਂਦਾ ਹੈ, ਕਿਉਂਕਿ ਇਹਦੇ ਵਿੱਚ ਤੁਸੀਂ ਕੀ ਦੇਖੋਗੇ, ਦ ਸਾਈਟ ਵੇਅਰ DNA ਟੂ ਬੀ ਕਲੋਨਡ ਇਜ਼ ਇਨਸਰਟਡ। ਇੱਕ ਸਾਈਟ ਜਿੱਥੇ DNA ਜਿਹਦੀ ਆਪਾਂ ਕਲੋਨਿੰਗ ਕਰਨੀ ਆ, ਜਿਹਨੂੰ ਉਸ DNA ਨੂੰ ਆਪਾਂ ਜਿਹੜੀ ਸਾਈਟ 'ਤੇ ਰੱਖਦੇ ਹਾਂ, ਇਨਸਰਟ ਕਰਦੇ ਹਾਂ, ਉਸ ਸਾਈਟ ਨੂੰ ਆਪਾਂ ਕੀ ਕਹਿੰਦੇ ਹਾਂ? ਕਲੋਨਿੰਗ ਸਾਈਟ, ਕਿਉਂਕਿ ਉੱਥੇ ਕਲੋਨਿੰਗ ਹੋਣੀ ਹੈ। ਨੋਰਮਲੀ ਇਹ ਕਿਹੜੀ ਸਾਈਟ ਹੁੰਦੀ ਹੈ? ਨੋਰਮਲੀ ਦਿਸ ਇਜ਼ ਅ ਰਿਸਟ੍ਰਿਕਸ਼ਨ ਐਂਜ਼ਾਈਮ ਸਾਈਟ, ਜਿੱਥੇ ਰਿਸਟ੍ਰਿਕਸ਼ਨ ਐਂਜ਼ਾਈਮ ਐਕਟ ਕਰਦਾ। ਐਂਡ ਇਟ ਇਜ਼ ਪ੍ਰੈਜ਼ੈਂਟ ਇਨ ਐਨੀ ਵਨ ਆਫ ਦ ਸਿਲੈਕਟੇਬਲ ਮਾਰਕਰ। ਸੋ ਕਿਸੇ ਵੀ ਸਿਲੈਕਟੇਬਲ ਮਾਰਕਰ 'ਤੇ ਆ ਹੁੰਦੀ ਹੈ ਪ੍ਰੈਜ਼ੈਂਟ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਪਲਾਸਮਿਡ ਦਾ ਡਾਇਗਰਾਮ ਤੁਸੀਂ ਦੇਖੋਗੇ, ਫਿਰ ਹੀ ਤੁਹਾਨੂੰ ਕਲੋਨਿੰਗ ਸਾਈਟਸ ਬਾਰੇ ਕਲੀਅਰ ਕੱਟ ਆਈਡੀਆ ਹੋਊਗਾ।